ਹਾਲੇਲੂਇਆ ਪ੍ਰੇਜ਼ ਦ ਲਾਰਡ। ਸੋ ਅੱਜ ਆਪਾਂ ਗੱਲ ਕਰਾਂਗੇ ਹੋਲੀ ਸਪਿਰਿਟ ਦੀ ਗਾਈਡੈਂਸ ਦੇ ਬਾਰੇ। ਹਾਲੇਲੂਇਆ ਕਿ ਹੋਲੀ ਸਪਿਰਿਟ ਕੌਣ ਆ, ਹੋਲੀ ਸਪਿਰਿਟ ਦੀ ਗਾਈਡੈਂਸ ਸਾਨੂੰ ਕਿਉਂ ਚਾਹੀਦੀ ਆ ਔਰ ਹੋਲੀ ਸਪਿਰਿਟ ਸਾਨੂੰ ਕਿੱਦਾਂ ਗਾਈਡ ਕਰਦੇ ਆ। ਹਾਲੇਲੂਇਆ। ਔਰ ਇਹ ਜ਼ਰੂਰੀ ਆ ਕਿ ਅਸੀਂ ਹੋਲੀ ਸਪਿਰਿਟ ਦੀ ਗਾਈਡੈਂਸ ਨੂੰ ਮੰਗੀਏ। ਹਾਲੇਲੂਇਆ ਪ੍ਰੇਜ਼ ਦ ਲਾਰਡ। ਸੋ ਫਸਟ ਆਫ ਆਲ ਆਪਾਂ ਜਾ ਕੇ ਦੇਖਦੇ ਹਾਂ ਕਿ ਹੋਲੀ ਸਪਿਰਿਟ ਹੈ ਕੌਣ। ਹਾਲੇਲੂਇਆ। ਹੋਲੀ ਸਪਿਰਿਟ ਇੱਕ ਪਰਸਨ ਆ, ਹੋਲੀ ਸਪਿਰਿਟ ਇੱਕ ਪਰਸਨੈਲਿਟੀ ਆ। ਹਾਲੇਲੂਇਆ। ਹੋਲੀ ਸਪਿਰਿਟ ਇੱਕ ਜਸਟ ਇੱਕ ਜਿੱਦਾਂ ਕਿ ਲੋਕ ਸੋਚਦੇ ਆ ਕਿ ਹੋਲੀ ਸਪਿਰਿਟ ਖਰੇ ਸਿਰਫ ਇੱਕ ਹਵਾ ਹੀ ਆ ਬਸ ਬਟ ਨਹੀਂ, ਇੱਦਾਂ ਨਹੀਂ ਆ। ਹੋਲੀ ਸਪਿਰਿਟ ਇੱਕ ਪਰਸਨ ਆ। ਹਾਲੇਲੂਇਆ। ਹੋਲੀ ਸਪਿਰਿਟ ਇੱਕ ਪਰਸਨੈਲਿਟੀ ਆ। ਹੋਲੀ ਸਪਿਰਿਟ ਪਰਮੇਸ਼ਰ ਦਾ ਆਤਮਾ ਆ। ਹਾਲੇਲੂਇਆ। ਜਿਸ ਤਰ੍ਹਾਂ ਕਿ ਯਹੋਵਾ ਪਿਤਾ ਦੀ ਇੱਕ ਪਰਸਨੈਲਿਟੀ ਆ, ਯਿਸੂ ਮਸੀਹ ਦੀ ਇੱਕ ਪਰਸਨੈਲਿਟੀ ਆ ਔਰ ਪਵਿੱਤਰ ਆਤਮਾ ਦੀ ਵੀ ਇੱਕ ਪਰਸਨੈਲਿਟੀ ਆ। ਹਾਲੇਲੂਇਆ। ਯਹੋਵਾ ਪਿਤਾ ਪਰਮੇਸ਼ਰ ਐਂਡ ਦੈਨ ਪ੍ਰਭੂ ਯਿਸੂ ਮਸੀਹ ਉਹੀ ਪਰਮੇਸ਼ਰ ਦੀ ਜ਼ੁਬਾਨ ਦੇ ਧਾਰੀ ਹੋ ਕੇ ਧਰਤੀ ਉੱਤੇ ਆਈ। ਐਂਡ ਦੈਨ ਪਵਿੱਤਰ ਆਤਮਾ ਜੋ ਕਿ ਪਰਮੇਸ਼ਰ ਦਾ ਸਭ ਤੋਂ ਕੋਮਲ ਔਰ ਸਭ ਤੋਂ ਜੈਂਟਲ ਪਾਰਟ ਆ। ਹਾਲੇਲੂਇਆ। ਪਵਿੱਤਰ ਆਤਮਾ ਬਹੁਤ ਹੀ ਸਵੀਟ ਔਰ ਜੈਂਟਲ ਉਹਨਾਂ ਦਾ ਪਾਰਟ ਆ ਪਰਮੇਸ਼ਰ ਦਾ। ਹਾਲੇਲੂਇਆ। ਔਰ ਸਾਮਰਥੀ ਪਰਮੇਸ਼ਰ ਆ। ਹਾਲੇਲੂਇਆ। ਥੈਂਕ ਯੂ ਲਾਰਡ ਜੀਸਸ। ਇਹ ਤਿੰਨ ਪਾਰਟਸ ਨੇ, ਤਿੰਨ ਰੋਲਸ ਨੇ। ਹਾਲੇਲੂਇਆ। ਤਿੰਨ ਰੋਲ ਆ ਪਰਮੇਸ਼ਰ ਦੇ। ਪ੍ਰੇਜ਼ ਦ ਲਾਰਡ। ਬਟ ਉਹ ਤਿੰਨ ਖੁਦਾ ਨਹੀਂ ਹੈਗੇ। ਹਾਲੇਲੂਇਆ। ਉਹ ਇੱਕੋ ਹੀ ਖੁਦਾ ਆ ਪਰ ਤਿੰਨ ਉਹਦੇ ਜਸਟ ਪਾਰਟ ਆ। ਫੋਰ ਐਗਜ਼ਾਮਪਲ ਤੁਹਾਡੀ ਮਦਰ ਆ। ਹਾਲੇਲੂਇਆ। ਤਾਂ ਤੁਹਾਡੀ ਮਦਰ, ਫੋਰ ਐਗਜ਼ਾਮਪਲ ਤੁਹਾਡੀ ਮਦਰ ਦਾ ਨਾਮ ਆ ਸੋਫੀਆ। ਹਾਲੇਲੂਇਆ। ਤਾਂ ਸੋ ਤੁਹਾਡੀ ਉਹ ਮਦਰ ਆ, ਉਹ ਕਿਸੇ ਦੀ ਬੇਟੀ ਵੀ ਆ ਔਰ ਕਿਸੇ ਦੀ ਪਤਨੀ ਵੀ ਆ। ਹਾਲੇਲੂਇਆ। ਤਾਂ ਸੋ ਮਦਰ, ਬੇਟੀ ਔਰ ਪਤਨੀ, ਹਾਲੇਲੂਇਆ, ਹੈਗੀ ਉਹ ਸੋਫੀਆ ਹੀ ਆ। ਤਾਂ ਬਟ ਉਹਦੇ ਰੋਲ ਤਿੰਨ ਨੇ ਪਰ ਹੈਗਾ ਉਹ ਇੱਕੋ ਹੀ ਪਰਸਨ ਆ। ਉਸੇ ਤਰ੍ਹਾਂ ਖੁਦਾਵੰਦ ਪਰਮੇਸ਼ਰ ਉਹ ਹੈਗਾ ਇੱਕੋ ਹੀ ਆ ਪਰ ਉਹਦੇ ਨਾਮ ਜਿਹੜੇ ਨੇ ਉਹ ਤਿੰਨ ਨੇ, ਉਹ ਰੋਲ ਜਿਹੜੇ ਨੇ ਉਹਦੇ ਤਿੰਨ ਨੇ। ਹਾਲੇਲੂਇਆ। ਫੋਰ ਐਗਜ਼ਾਮਪਲ ਇਹ ਜਿਹੜੀ ਮਦਰ ਆ ਸੋਫੀਆ, ਜਦੋਂ ਉਹ ਮਦਰ ਦਾ ਪਾਰਟ ਨਿਭਾਉਂਦੀ ਆ ਆਪਣੇ ਬੱਚਿਆਂ ਦੇ ਪ੍ਰਤੀ ਨਿਭਾਉਂਦੀ ਆ। ਹਾਲੇਲੂਇਆ। ਜਦੋਂ ਉਹ ਬੇਟੀ ਦਾ ਪਾਰਟ ਨਿਭਾਉਂਦੀ ਆ ਤਾਂ ਆਪਣੇ ਪਿਤਾ ਦੇ ਅਕੋਰਡਿੰਗ ਨਿਭਾਉਂਦੀ ਆ। ਤੇ ਜਦੋਂ ਉਹ ਪਤਨੀ ਦਾ ਰੋਲ ਨਿਭਾਉਂਦੀ ਆ ਤਾਂ ਆਪਣੇ ਪਤੀ ਦੇ ਪ੍ਰਤੀ ਨਿਭਾਉਂਦੀ ਆ। ਹਾਲੇਲੂਇਆ। ਉਹਦੇ ਰੋਲ ਅਲੱਗ ਨੇ ਪਰ ਪਰਸਨ ਸੇਮ ਆ। ਹਾਲੇਲੂਇਆ। ਪ੍ਰੇਜ਼ ਦ ਲਾਰਡ। ਤਾਂ ਸੋ ਹੋਲੀ ਸਪਿਰਿਟ ਦਾ ਜਿਹੜਾ ਟੌਪਿਕ ਆ ਉਹ ਬਹੁਤ ਵੱਡਾ ਔਰ ਬਹੁਤ ਹੀ ਡੀਪ ਆ। ਇਸ ਨੂੰ ਇੱਕ ਵਾਰ ਦੇ ਵਿੱਚ ਐਕਸਪਲੇਨ ਨਹੀਂ ਕੀਤਾ ਜਾ ਸਕਦਾ, ਪਰ ਫਿਰ ਵੀ ਜਿੰਨਾ ਸਾਡੀ ਸਟੱਡੀ ਦੇ ਲਈ ਜ਼ਰੂਰੀ ਸੀਗਾ ਮੈਂ ਕੁਝ ਪਾਰਟ, ਕੁਝ ਪੁਆਇੰਟਸ ਕੱਢੇ ਨੇ ਬਾਈਬਲ ਦੇ ਵਿੱਚੋਂ। ਕੁਝ ਵਚਨ ਮੈਂ ਲੈ ਕੇ ਆਈ ਹਾਂ ਜਿਹੜੇ ਕਿ ਸਾਡੀ ਸਟੱਡੀ ਔਰ ਸਾਡੇ ਵਚਨ ਦੇ ਲਈ ਜ਼ਰੂਰੀ ਆ ਕਿ ਅਸੀਂ ਅੰਡਰਸਟੈਂਡ ਕਰੀਏ ਐਂਡ ਦੈਨ ਆਪਾਂ ਇਹਨੂੰ ਡੀਪ ਵੀ ਲੈ ਕੇ ਜਾ ਸਕਦੇ ਹਾਂ। ਪ੍ਰੇਜ਼ ਦ ਲਾਰਡ। ਸੋ ਫਸਟ ਆਫ ਆਲ ਆਪਾਂ ਦੇਖਦੇ ਹਾਂ ਕਿ ਪਵਿੱਤਰ ਆਤਮਾ ਕੌਣ ਆ। ਪਵਿੱਤਰ ਆਤਮਾ ਪਰਮੇਸ਼ਰ ਦਾ ਆਤਮਾ, ਜਿਸ ਤਰ੍ਹਾਂ ਕਿ ਮੈਂ ਪਹਿਲਾਂ ਦੱਸਿਆ। ਹਾਲੇਲੂਇਆ। ਪਰਮੇਸ਼ਰ ਦਾ ਆਤਮਾ। ਹਾਲੇਲੂਇਆ। ਦੀ ਆਪਾਂ ਐਗਜ਼ਾਮਪਲ ਦੇਖਦੇ ਹਾਂ ਹਿਯੋਜਕੀਏਲ ਦੀ ਪੁਸਤਕ ਉਹਦੀ 36, 26 ਐਂਡ 27 ਦੇ ਵਿੱਚ। मैं तुमको नया मन दूंगा और तुम्हारे भीतर नई आत्मा उत्पन्न करूंगा और तुम्हारी देह में से पत्थर का हृदय निकालकर तुमको मांस का हृदय दूंगा और मैं अपना आत्मा तुम्हारे भीतर देकर ऐसा करूंगा कि तुम मेरी विधियों पर चलोगे और मेरे नियमों को मानकर उनके अनुसार करोगे। दसो पवित्र आत्मा परमेश्वर दा आत्मा आ जो कि एक पवित्र आत्मा आ, सामर्थ दा आत्मा आ। ਹਾਲੇਲੂਇਆ। ਤਾਂ ਸੋ ਉਹ ਆਤਮਾ ਕੀ ਕਰਦਾ ਆ। ਪਰਮੇਸ਼ਰ ਕਹਿੰਦੇ ਕਿ ਮੈਂ ਆਪਣਾ ਆਤਮਾ ਤੁਹਾਡੇ ਉੱਤੇ ਉੰਡੇਲ ਦੂੰਗਾ, ਤੁਹਾਡੇ ਅੰਦਰ ਦਊਂਗਾ, ਜੋ ਕਿ ਮੇਰਾ ਵਚਨ ਮੰਨਣ ਦੇ ਵਿੱਚ ਤੁਹਾਡੀ ਸਹਾਇਤਾ ਕਰਨਗੇ। ਹਾਲੇਲੂਇਆ। ਤਾਂ ਸੋ ਪਵਿੱਤਰ ਆਤਮਾ ਸਾਡਾ ਮਦਦਗਾਰ ਆ ਵਚਨ ਨੂੰ ਸਿੱਖਣ ਦੇ ਲਈ, ਵਚਨ ਨੂੰ ਬੋਲਣ ਦੇ ਲਈ, ਵਚਨ ਨੂੰ ਸਮਝਣ ਦੇ ਲਈ। ਹਾਲੇਲੂਇਆ। ਤਾਂ ਸੋ ਪ੍ਰੇਜ਼ ਦ ਲਾਰਡ। ਦੈਨ ਆਪਾਂ ਦੇਖਦੇ ਹਾਂ ਕਿ ਪਵਿੱਤਰ ਆਤਮਾ ਇੱਕ ਟੀਚਰ ਆ। ਹਾਲੇਲੂਇਆ। ਇਹਨੂੰ ਆਪਾਂ ਦੇਖਦੇ ਹਾਂ ਯਹੂਨਾ ਦੀ ਪੁਸਤਕ ਉਹਦੀ 14 ਦੀ 26। ਹਾਲੇਲੂਇਆ। ਕਿ ਪਵਿੱਤਰ ਆਤਮਾ ਇੱਕ ਟੀਚਰ ਆ। लिखा परंतु सहायक अर्थात पवित्र आत्मा जिसे पिता मेरे नाम से भेजेगा वह तुम्हें सब बातें सिखाएगा और जो कुछ मैंने तुमसे कहा है वह सब तुम्हें स्मरण कराएगा। हालेलुया। मतलब कि पवित्र आत्मा ਜਿਹੜਾ ਉਹ ਸਾਨੂੰ ਹਰ ਚੀਜ਼ ਟੀਚ ਕਰਦਾ ਵਚਨ ਦੇ ਵਿੱਚੋਂ। ਹਾਲੇਲੂਇਆ। ਫੋਰ ਐਗਜ਼ਾਮਪਲ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਔਰ ਗੱਲ ਦੇ ਵਿੱਚ ਤੁਹਾਡੇ ਮੂੰਹ ਦੇ ਵਿੱਚੋਂ ਕੁਝ ਗਲਤ ਗੱਲ ਨਿਕਲਣ ਲੱਗਦੀ ਸੀਗੀ ਐਂਡ ਦੈਨ ਪਵਿੱਤਰ ਆਤਮਾ ਤੁਹਾਨੂੰ ਰੋਕਦਾ, ਤੁਹਾਨੂੰ ਯਾਦ ਕਰਾਉਂਦਾ ਵਚਨ ਦੇ ਵਿੱਚ ਕਿ ਨਹੀਂ, ਝੂਠ ਨਹੀਂ ਬੋਲਣਾ, ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਪਰਮੇਸ਼ਰ ਨੂੰ ਛਲ ਵਾਲੀ ਜੀਭ ਤੋਂ, ਪਰਮੇਸ਼ਰ ਨੂੰ ਝੂਠੀ ਜੀਭ ਤੋਂ ਨਫ਼ਰਤ ਆ।
ਐਂਡ ਦੈਨ ਤੁਹਾਨੂੰ ਯਾਦ ਹੁੰਦਾ ਵਚਨ, ਹਾਲੇਲੂਇਆ। ਪਰ ਉਹ ਵਚਨ ਤੁਹਾਡਾ ਦਿਮਾਗ ਨਹੀਂ ਜਸਟ ਤੁਹਾਨੂੰ ਯਾਦ ਕਰਾ ਰਿਹਾ ਹੁੰਦਾ, ਉਹ ਪਵਿੱਤਰ ਆਤਮਾ ਹੁੰਦਾ ਆ, ਹਾਲੇਲੂਇਆ, ਜੋ ਤੁਹਾਨੂੰ ਸਮਰਨ ਕਰਾਉਂਦਾ ਪਰਮੇਸ਼ਰ ਦੇ ਵਚਨ ਦੇ ਵਿੱਚੋਂ। ਉਹ ਤੁਹਾਡਾ ਸਹਾਇਕ ਆ, ਉਹ ਟੀਚਰ ਆ, ਵਚਨ ਟੀਚ ਕਰਦਾ, ਲਾਈਫ ਕਿੱਦਾਂ ਜੀਣੀ ਉਹ ਟੀਚ ਕਰਦਾ, ਹਾਲੇਲੂਇਆ। ਬਿਜ਼ਨਸ ਕਿੱਦਾਂ ਕਰਨਾ ਉਹ ਟੀਚ ਕਰਦਾ, ਹਾਲੇਲੂਇਆ। ਵਿਜ਼ਡਮ ਨਾਲ ਕਿੱਦਾਂ ਚੱਲਣਾ ਇਹ ਟੀਚ ਕਰਦਾ, ਹਾਲੇਲੂਇਆ। ਬਾਈਬਲ ਕਹਿੰਦੀ ਕਿ बुद्धि के द्वारा घर बनता है, समझ के द्वारा वो स्थिर रहता है, हालेलुया। सो ਆਪਾਂ ਦੇਖਦੇ ਹਾਂ ਨehemia ਦੀ ਪੁਸਤਕ ਉਹਦੀ 9:20 ਦੇ ਵਿੱਚ ਵੀ ਸੇਮ ਐਗਜ਼ਾਮਪਲ ਆ ਪਰਮੇਸ਼ਰ ਦੀ ਸਮਝ ਦੇ ਬਾਰੇ ਲਿਖਿਆ। वरन तूने उन्हें किने हमें परमेश्वर की प्रजा ਨੂੰ, हालेलुया। वरन तूने उन्हें समझने के लिए अपने आत्मा को दिया जो भला है, हालेलुया। पवित्र आत्मा भला पवित्र आत्मा आ, परमेश्वर का आत्मा आ, लिखा कि समझने के लिए तूने अपना आत्मा दिया, हालेलुया। तो सो सचमुच असी कोई भी चीज़ बनाने आ करते हाँ, असी अपने ਕੰਮਾਂ ਕਾਰਾਂ ਦੇ ਵਿੱਚ ਬਿਜ਼ਨਸ ਦੇ ਵਿੱਚ ਘਰ ਦੇ ਕੰਮਾਂ ਦੇ ਵਿੱਚ ਵੀ ਸਾਨੂੰ ਵਿਜ਼ਡਮ ਚਾਹੀਦੀ ਹੈ, ਸਮਝ ਚਾਹੀਦੀ ਹੈ, ਹਾਲੇਲੂਇਆ। ਤੇ ਲਿਖਿਆ ਕਿ ਪਵਿੱਤਰ ਆਤਮਾ ਸਾਨੂੰ ਵਚਨ ਨੂੰ ਟੀਚ ਕਰਦੇ ਆ, ਹਾਲੇਲੂਇਆ। ਸਾਡਾ ਸਹਾਇਕ, ਸਾਡਾ ਟੀਚਰ ਆ, ਪ੍ਰੇਜ਼ ਦ ਲਾਰਡ। ਦੈਨ ਆਪਾਂ ਦੇਖਦੇ ਹਾਂ ਕਿ ਪਵਿੱਤਰ ਆਤਮਾ ਨੂੰ ਅਡੋਪਸ਼ਨ ਦਾ ਆਤਮਾ ਵੀ ਕਿਹਾ ਗਿਆ ਆ, ਹਾਲੇਲੂਇਆ। ਮਤਲਬ ਕਿ ਅਸੀਂ ਰੀਅਲ ਪੁੱਤਰ ਔਰ ਪੁੱਤਰੀਆਂ ਤਾਂ ਨਹੀਂ ਸੀਗੇ ਪਹਿਲਾਂ ਪਰਮੇਸ਼ਰ ਦੇ, ਬਟ ਦੈਨ ਅਡੋਪਸ਼ਨ ਦੇ ਆਤਮਾ ਦੇ ਦੁਆਰਾ ਅਸੀਂ ਬਣ ਗਏ ਹਾਂ, ਹਾਲੇਲੂਇਆ। ਇਹਨੂੰ ਆਪਾਂ ਦੇਖਦੇ ਹਾਂ ਰੋਮੀਆਂ 8 ਉਹਦੀ 15 ਤੇ 16 ਦੇ ਵਿੱਚ लिखा, क्योंकि तुमको दास्तव की आत्मा नहीं मिली। दास्तव की आत्मा मतलब स्लेवरी दी आत्मा, हालेलुया। दासपन दी आत्मा, हालेलुया। नौकरां दी आत्मा, हालेलुया। मतलब कि लिखा कि तुम्हें नौकरों की आत्मा नहीं, दास्तव की आत्मा नहीं, स्लेवरी दी आत्मा नहीं मिली कि फिर भयभीत हो, परंतु लेपालकपन की आत्मा मिली है। मतलब कि अडॉप्शन दी आत्मा मिली है, जिससे हम हे अब्बा, हे पिता कहकर पुकारते हैं। किन्नू? परमेश्वर नो, हालेलुया। लिखा, और यदि हम संतान हैं, 17 आयत ਦੇ ਵਿੱਚ ਲਿਖਿਆ ਕਿ ਉਸੇ आत्मा के द्वारा ਅਸੀਂ ਜਾਣਦੇ ਹਾਂ ਕਿ ਅਸੀਂ परमेश्वर ਦੀ संतान ਹਾਂ। और लिखा, और यदि संतान है तो वारिस भी हैं, वरन परमेश्वर के वारिस और मसीह के संगी वारिस हैं, जबकि हम उसके साथ दुख उठाएं तो उसके साथ महिमा भी पाएं, हालेलुया। अगर तुम एक पीरीयड ਦੇ ਵਿੱਚ परमेश्वर ਦੇ ਲਈ ਕੋਈ ਦੁੱਖ ਉਠਾ ਰਹੇ ਆ, ਹਾਲੇਲੂਇਆ, ਕਿਸੇ ਬਿਮਾਰੀ ਦੇ ਵਿੱਚੋਂ ਗੁਜ਼ਰ ਰਹੇ ਆ, ਕਿਸੇ ਪ੍ਰੋਬਲਮ ਦੇ ਵਿੱਚੋਂ ਗੁਜ਼ਰ ਰਹੇ ਆ, ਤਾਂ ਉਹ ਟੈਂਪਰੇਰੀ ਆ, ਉਹ ਹਮੇਸ਼ਾ ਦੇ ਲਈ ਨਹੀਂ ਆ, ਹਾਲੇਲੂਇਆ। ਮੈਂ ਤੁਹਾਨੂੰ ਗੁੱਡ ਨਿਊਜ਼ ਦੇਣਾ ਚਾਹੁੰਦੀ ਹਾਂ ਕਿ ਤੁਹਾਡੀਆਂ ਪ੍ਰੋਬਲਮਸ ਸਦਾ ਦੇ ਲਈ ਨਹੀਂ ਆ, ਹਾਲੇਲੂਇਆ। ਅਗਰ ਤੁਸੀਂ ਪਰਮੇਸ਼ਰ ਦੇ ਬੇਟੇ ਔਰ ਬੇਟੀਆਂ ਹੋ, ਹਾਲੇਲੂਇਆ, ਅਗਰ ਤੁਸੀਂ ਉਹਦੀ ਸੰਤਾਨ ਹੋ ਉਹਦੇ ਆਤਮਾ ਦੇ ਦੁਆਰਾ, ਤਾਂ ਉਹ ਪ੍ਰੋਬਲਮਸ ਗੁੱਡ ਨਿਊਜ਼ ਆ ਕਿ ਉਹ ਸਦਾ ਦੇ ਲਈ ਨਹੀਂ ਆ, ਹਾਲੇਲੂਇਆ। ਕਿਉਂਕਿ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਥੋੜ੍ਹੇ ਸਮੇਂ ਦੇ ਲਈ ਦੁੱਖ ਉਠਾਇਆ ਸੀ, ਪਰ ਦੈਨ ਉਹਨਾਂ ਦੀ ਮਹਿਮਾ ਵੀ ਬਹੁਤ ਸਾਮਰਥੀ ਹੋਈ, ਹਾਲੇਲੂਇਆ। ਉਹ ਮੁਰਦਿਆਂ ਵਿੱਚੋਂ ਜੀ ਵੀ ਉਠਾਇਆ ਗਿਆ। ਉਸੇ ਤਰ੍ਹਾਂ ਤੁਹਾਡੀ ਵੀ ਜਿਹੜੀ ਪ੍ਰੋਬਲਮ ਆ, ਦੁੱਖ ਆ, ਕਲੇਸ਼ ਆ, ਥੋੜ੍ਹੇ ਸਮੇਂ ਦਾ ਆ, ਹਾਲੇਲੂਇਆ। ਐਂਡ ਦੈਨ ਤੁਸੀਂ ਵੀ ਅਨੰਤ ਇੱਕ ਮਹਿਮਾ ਦੇ ਵਿੱਚ ਜਾਣ ਵਾਲੇ ਆ, ਹਾਲੇਲੂਇਆ। ਤੁਹਾਡੀ ਵੀ ਗਵਾਹੀ ਇੰਨੀ ਵੱਡੀ ਬਣਨ ਵਾਲੀ ਆ ਕਿ ਉਹ ਤੁਹਾਡੀ ਮਹਿਮਾ ਠਹਿਰੇਗੀ, ਹਾਲੇਲੂਇਆ। क्योंकि वचन कह रहा है, हालेलुया, कि थोड़े ही समय के लिए हम दुख उठाएं, हालेलुया, तो देखिए उसके साथ हम महिमा को भी पाएंगे प्रभु यीशु मसीह दे नाल, हालेलुया, पर पवित्र आत्मा दे द्वारा, हालेलुया। तो सो सानू जांचन दी लोड़ आ कि की परमेश्वर दा आत्मा मेरे अंदर हैगा, कि मैं ਉਹਦੀ संतान हैगी हाँ, हालेलुया, प्रेज द लॉर्ड। ਦੈਨ ਆਪਾਂ ਦੇਖਦੇ ਹਾਂ ਕਿ ਪਵਿੱਤਰ ਆਤਮਾ ਦੀ ਗਾਈਡੈਂਸ ਦੀ ਸਾਨੂੰ ਕਿਉਂ ਨੀਡ ਆ, ਹਾਲੇਲੂਇਆ। ਲਿਖਿਆ यूहन्ना 15 ਉਹਦੀ 26 आयत ਦੇ ਵਿੱਚ लिखा, परंतु जब वह सहायक आएगा जिसे मैं तुम्हारे पास भेजूंगा, अर्थात सत्य का आत्मा जो पिता की ओर से निकलता है, तो वह मेरी गवाही देगा, हालेलुया। मतलब कि पवित्र आत्मा प्रभु यीशु मसीह की गवाही दिंदा है, हालेलुया, कि वो जीवित आ, ਉਹਦਾ ਵਚਨ ਜੀਵਿਤ ਆ, ਹਾਲੇਲੂਇਆ। ਉਹਦਾ ਵਚਨ, ਪ੍ਰਭੂ ਯਿਸੂ ਮਸੀਹ ਦਾ ਵਚਨ ਪਵਿੱਤਰ ਆਤਮਾ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਉਂਦਾ ਕਰ ਦਿੰਦਾ ਆ। ਪਵਿੱਤਰ ਆਤਮਾ ਪਰਮੇਸ਼ਰ ਦੇ ਵਚਨ ਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਪੂਰਾ ਕਰਦਾ ਆ, ਹਾਲੇਲੂਇਆ। ਤਾਂ ਫੋਰ ਐਗਜ਼ਾਮਪਲ ਪਰਮੇਸ਼ਰ ਤੁਹਾਨੂੰ ਯਿਸੂ ਮਸੀਹ ਬਾਰੇ ਟੀਚ ਕਰਦੇ ਆ, ਹਾਲੇਲੂਇਆ। ਫੋਰ ਐਗਜ਼ਾਮਪਲ ਤੁਸੀਂ ਕੋਈ ਵਚਨ ਪੜ੍ਹ ਰਹੇ ਆ, ਹਾਲੇਲੂਇਆ, ਤੁਹਾਨੂੰ ਸਮਝ ਨਹੀਂ ਆਉਂਦਾ, ਤੁਸੀਂ ਪਵਿੱਤਰ ਆਤਮਾ ਦੀ ਸਹਾਇਤਾ ਨੂੰ ਮੰਗੋਗੇ ਕਿ ਪਰਮੇਸ਼ਰ, ਤੁਸੀਂ ਪਰਮੇਸ਼ਰ ਦੇ ਭੇਦਾਂ ਨੂੰ ਜਾਣਦੇ ਹੋ, ਤੁਸੀਂ ਪਰਮੇਸ਼ਰ ਦੇ ਆਤਮਾ ਹੋ, ਹਾਲੇਲੂਇਆ, ਤਾਂ ਮੇਰੇ ਉੱਤੇ ਰਿਵੀਲ ਕਰੋ ਕਿ ਇਸ ਵਚਨ ਦਾ ਮਤਲਬ ਕੀ ਆ, ਹਾਲੇਲੂਇਆ। ਉਹ ਵਚਨ ਤੁਹਾਨੂੰ ਐਕਸਟਰਾ ਆਰਡੀਨਰੀ ਵੇ ਦੇ ਵਿੱਚ ਸਮਝ ਆਏਗਾ। ਕਿਉਂ? ਕਿਉਂਕਿ ਜਿਹਨੇ ਲਿਖਿਆ ਉਹੀ ਤੁਹਾਨੂੰ ਸਮਝ ਆ ਸਕਦਾ ਹੈ ਕਿ ਉਹਦੇ ਵਿੱਚ ਲਿਖਿਆ ਕੀ ਆ,
ਹਾਲੇਲੂਇਆ, ਪ੍ਰੇਜ਼ ਦ ਲਾਰਡ। ਸੋ ਪਵਿੱਤਰ ਆਤਮਾ ਪਰਮੇਸ਼ਵਰ ਦੇ ਬਾਰੇ ਸਾਨੂੰ ਟੀਚ ਕਰਦੇ ਆ। ਹਾਲੇਲੂਇਆ, ਉਹ ਸੱਤੇ ਦਾ ਆਤਮਾ ਬਾਈਬਲ ਕਹਿੰਦੀ ਆ। ਪ੍ਰੇਜ਼ ਦ ਲਾਰਡ। ਦੈਨ ਆਪਾਂ ਦੇਖਦੇ ਹਾਂ ਰੋਮੀਆਂ 8 ਉਹਦੀ 9 ਦੇ ਵਿੱਚ ਕਿ ਪਵਿੱਤਰ ਆਤਮਾ ਸਾਡੀ ਆਈਡੈਂਟਿਟੀ ਆ ਕ੍ਰਾइस्ट ਦੇ ਵਿੱਚ, ਪਰਮੇਸ਼ਵਰ ਦੇ ਵਿੱਚ। लिखा रोमिया 8:9 ਦੇ ਵਿੱਚ, परंतु जब कि परमेश्वर का आत्मा तुम में बसता है तो तुम शारीरिक दशा में नहीं परंतु आत्मिक दशा में हो। यदि किसी में मसीह का आत्मा नहीं तो वह उसका जन नहीं। हालेलुया। इट मीनस कि ਜਿਹਦੇ ਅੰਦਰ ਪਵਿੱਤਰ ਆਤਮਾ ਨਹੀਂ, ਅਕੋਰਡਿੰਗ ਟੂ ਬਾਈਬਲ, ਅਕੋਰਡਿੰਗ ਟੂ ਪਰਮੇਸ਼ਰ, ਉਹਦਾ ਜਨ ਹੀ ਨਹੀਂ ਆ। ਹਾਲੇਲੂਇਆ। ਤੁਸੀਂ ਇੱਕ ਸਟ੍ਰੇਂਜਰ ਆ ਅਗਰ ਤੁਹਾਡੇ ਅੰਦਰ ਪਵਿੱਤਰ ਆਤਮਾ ਨਹੀਂ ਆ ਬਾਈਬਲ ਦੇ ਅਕੋਰਡਿੰਗ। ਹਾਲੇਲੂਇਆ। ਦੱਸੋ ਕਿੰਨਾ ਜ਼ਰੂਰੀ ਆ ਪਰਮੇਸ਼ਰ ਦੇ ਆਤਮਾ ਨੂੰ ਮੰਗਣਾ, ਕਿੰਨਾ ਜ਼ਰੂਰੀ ਆ ਉਹਦੀ ਗਾਈਡੈਂਸ ਨੂੰ ਮੰਗਣਾ। ਹਾਲੇਲੂਇਆ। ਕਿਉਂਕਿ ਉਹ ਸਾਡੇ ਲਈ ਇੱਕ ਆਈਡੈਂਟਿਟੀ ਕਾਰਡ ਠਹਿਰਦਾ ਆ ਪਰਮੇਸ਼ਰ ਦੇ ਰਾਜ ਦੇ ਵਿੱਚ ਕਿ ਹਾਂ ਇਹਦੇ ਅੰਦਰ ਪਵਿੱਤਰ ਆਤਮਾ ਹੈਗਾ, ਇਹ ਮੇਰਾ ਜਨ ਆ, ਇਹਦੀ ਪ੍ਰਾਰਥਨਾ ਨੂੰ ਸੁਣਿਆ ਜਾਵੇ, ਇਹਦੀਆਂ ਦਿੱਕਤਾਂ ਨੂੰ ਦੂਰ ਕੀਤਾ ਜਾਵੇ। ਹਾਲੇਲੂਇਆ। ਦੈਨ ਆਪਾਂ ਦੇਖਦੇ ਹਾਂ ਕਿ ਪਹਿਲਾ ਕੁਰਿੰਥੀਆਂ ਉਹਦੀ 2 ਦੀ 10 ਤੇ 11, परंतु परमेश्वर ने उनको अपने आत्मा के द्वारा हम पर प्रकट किया, क्योंकि आत्मा के द्वारा हम पर प्रकट किया, क्योंकि आत्मा सब बातें वरन परमेश्वर की गूढ़ बातें भी जानता है। हालेलुया। मतलब कि परमेश्वर ਦੀਆਂ ਗੂੜ ਗੱਲਾਂ ਕਿਹੜੀਆਂ ਨੇ? ਤੁਹਾਡੇ ਫਾਈਨੈਂਸ ਦੇ ਬਾਰੇ, ਤੁਹਾਡੀ ਸਿਹਤ ਦੇ ਬਾਰੇ, ਤੁਹਾਡੀ ਗਵਾਹੀ ਦੇ ਬਾਰੇ, ਤੁਹਾਡੇ ਪਰਿਵਾਰ ਦੇ ਬਾਰੇ, ਤੁਹਾਡੇ ਬਿਜ਼ਨਸ ਦੇ ਬਾਰੇ। ਹਾਲੇਲੂਇਆ। ਤੁਹਾਨੂੰ ਨਹੀਂ ਪਤਾ ਕਿ ਮੈਂ ਕਿਹੜੀ ਡਾਇਰੈਕਸ਼ਨ ਦੇ ਵਿੱਚ ਜਾਣਾ। ਹਾਲੇਲੂਇਆ। ਪਰ ਬਾਈਬਲ ਕਹਿੰਦੀ ਕਿ ਪਵਿੱਤਰ ਆਤਮਾ ਪਰਮੇਸ਼ਰ ਦੀਆਂ ਗੂੜ ਗੱਲਾਂ ਨੂੰ ਜਾਣਦਾ। ਹਾਲੇਲੂਇਆ। ਕਿ ਉਹਦੇ ਹਾਰਟ ਦੇ ਵਿੱਚ ਤੁਹਾਡੇ ਲਈ ਕੀ ਆ। ਹਾਲੇਲੂਇਆ। ਤਾਂ ਤੁਸੀਂ ਪ੍ਰਾਰਥਨਾ ਵਿੱਚ ਕਹਿ ਸਕਦੇ ਕਿ ਪਵਿੱਤਰ ਆਤਮਾ ਤੁਸੀਂ ਪਰਮੇਸ਼ਰ ਦੀਆਂ ਗੂੜ ਗੱਲਾਂ ਨੂੰ ਜਾਣਦੇ ਹੋ, ਮੇਰੇ ਉੱਤੇ ਰਿਵੀਲ ਕਰੋ ਕਿ ਮੈਂ ਕਿਹੜਾ ਬਿਜ਼ਨਸ ਕਰਨਾ, ਕਿ ਮੈਂ ਕਿਹੜਾ ਕੰਮ ਕਰਨਾ, ਮੈਂ ਕਿਹੜੇ ਪਰਸਨ ਨਾਲ ਮੈਂ ਮੈਰਿਜ ਕਰਨੀ ਆ। ਹਾਲੇਲੂਇਆ। ਕਿਹੜੀ ਚੀਜ਼ ਆ ਜਿਹੜੀ ਮੈਨੂੰ ਬਹੁਤ ਫਲਦਾਇਕ ਕਰੇਗੀ। ਹਾਲੇਲੂਇਆ। ਕਿਹੜੀ ਚੀਜ਼ ਆ ਜਿਹੜੀ ਕਿ ਮੈਨੂੰ ਐਕਸਟਰਾਆਰਡਨਰੀ ਵੇ ਦੇ ਵਿੱਚ ਬਲੈਸ ਕਰੇਗੀ। ਕਿਹੜਾ ਬਿਜ਼ਨਸ, ਕਿਹੜਾ ਕੰਮ, ਕਿਹੜਾ ਮੇਰਾ ਆਉਣਾ ਜਾਣਾ, ਕਿਹੜੀ ਕਿੱਦਾਂ ਦੀ ਮੈਂ ਸੇਵਕਾਈ ਕਰਨੀ ਆ, ਕਿੱਦਾਂ ਤੁਹਾਨੂੰ ਮੈਂ ਸੇਵਾ ਤੁਹਾਡੇ ਸਾਹਮਣੇ ਰੱਖਣੀ ਆ। ਹਾਲੇਲੂਇਆ। ਹਰ ਇੱਕ ਚੀਜ਼ ਲਾਈਫ ਦਾ ਹਰ ਇੱਕ ਪਹਿਲੂ। ਹਾਲੇਲੂਇਆ। ਤੁਸੀਂ ਬਿਮਾਰ ਆ, ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਅੰਦਰ ਦਿੱਕਤ ਕੀ ਆ ਜਾਂ ਫਿਰ ਤੁਹਾਡੀ ਪ੍ਰੋਬਲਮ ਕੀ ਆ ਜਾਂ ਕਿਹੜੀ ਚੀਜ਼ ਆ ਜਿਹੜੀ ਪਰਮੇਸ਼ਰ ਚਾਹੁੰਦਾ ਕਿ ਅਸੀਂ ਹਟਾਈਏ ਆਪਣੀ ਜ਼ਿੰਦਗੀ ਦੇ ਵਿੱਚੋਂ ਔਰ ਉਹ ਚੀਜ਼ ਜਾਵੇ, ਉਹ ਪਾਪ ਜਾਵੇ। ਹਾਲੇਲੂਇਆ। ਔਰ ਬਿਮਾਰੀ ਜਾਵੇ ਸਾਡੀ ਜ਼ਿੰਦਗੀ ਦੇ ਵਿੱਚੋਂ। ਔਰ ਸਾਰੇ ਗੂੜੇ ਭੇਦ ਕਿਹਦੇ ਦੁਆਰਾ ਨਿਕਲਦੇ ਨੇ? ਪਵਿੱਤਰ ਆਤਮਾ ਦੇ ਦੁਆਰਾ। ਕਿਉਂਕਿ ਜਿਸ ਤਰ੍ਹਾਂ ਤੁਹਾਡਾ ਆਤਮਾ ਤੁਹਾਨੂੰ ਸਭ ਤੋਂ ਜ਼ਿਆਦਾ ਅਧਿਕ ਜਾਣਦਾ, ਉਸੇ ਤਰ੍ਹਾਂ ਪਰਮੇਸ਼ਰ ਦਾ ਆਤਮਾ ਵੀ ਪਰਮੇਸ਼ਰ ਨੂੰ ਸਭ ਤੋਂ ਜ਼ਿਆਦਾ ਅਧਿਕ ਜਾਣਦਾ। ਹਾਲੇਲੂਇਆ। ਤੁਸੀਂ ਨੋਟ ਕੀਤਾ ਹੋਣਾ ਕਿ ਕੁਝ ਗੱਲਾਂ ਤੁਸੀਂ ਨਾ ਆਪਣੇ ਪਾਰਟਨਰ ਨਾਲ, ਨਾ ਆਪਣੇ ਬੱਚਿਆਂ ਨਾਲ, ਨਾ ਆਪਣੇ ਬੈਸਟ ਫਰੈਂਡ ਦੇ ਨਾਲ, ਨਾ ਹੀ ਆਪਣੇ ਕਿਸੇ ਵੀ ਕਲੋਜ਼ ਵਨ ਦੇ ਨਾਲ ਤੁਸੀਂ ਕੁਝ ਗੱਲਾਂ ਸ਼ੇਅਰ ਨਹੀਂ ਕੀਤੀਆਂ ਹੋਣਗੀਆਂ ਔਰ ਸਿਰਫ ਤੁਹਾਡੇ ਅੰਦਰ ਹੋਣਗੀਆਂ ਉਹ ਗੱਲਾਂ। ਹਾਲੇਲੂਇਆ। ਪਰ ਬਾਈਬਲ ਕਹਿੰਦੀ ਹੈ ਕਿ ਉਹ ਸਿਰਫ ਤੁਹਾਡਾ ਆਤਮਾ ਜਾਣਦਾ ਕਿ ਤੁਸੀਂ ਕਿਹੜੀਆਂ ਗੱਲਾਂ ਆਪਣੇ ਅੰਦਰ ਲੁਕੋ ਕੇ ਬੈਠੇ ਆ। ਹਾਲੇਲੂਇਆ। ਲੁਕੋ ਕੇ ਮਤਲਬ ਕਿ ਕਿਹੜੀਆਂ ਗੱਲਾਂ ਤੁਹਾਡੇ ਅੰਦਰ ਹੈਗੀਆਂ ਆ ਕਿ ਜਿਹੜੀਆਂ ਤੁਸੀਂ ਕਿਸੇ ਨੂੰ ਵੀ ਨਹੀਂ ਦੱਸ ਸਕਦੇ। ਹਾਲੇਲੂਇਆ। ਉਸੇ ਤਰ੍ਹਾਂ ਬਾਈਬਲ ਕਹਿੰਦੀ ਹੈ ਕਿ ਪਰਮੇਸ਼ਰ ਦਾ ਆਤਮਾ ਵੀ, ਜੋ ਕੁਝ ਵੀ ਪਰਮੇਸ਼ਰ ਦੇ ਮਨ ਦੇ ਵਿੱਚ ਆ ਉਹ ਕੋਈ ਨਹੀਂ ਜਾਣਦਾ, ਕੇਵਲ ਪਰਮੇਸ਼ਰ ਦਾ ਆਤਮਾ। ਹਾਲੇਲੂਇਆ। ਔਰ ਅਗਰ ਤੁਸੀਂ ਪਵਿੱਤਰ ਆਤਮਾ ਨੂੰ ਕਹੋਗੇ ਕਿ ਪਰਮੇਸ਼ਰ ਮੇਰੇ ਉੱਤੇ ਰਿਵੀਲ ਕਰੋ, ਮੇਰੇ ਉੱਤੇ ਜ਼ਾਹਿਰ ਕਰੋ, ਪਵਿੱਤਰ ਆਤਮਾ ਜ਼ਾਹਿਰ ਕਰਦਾ ਆ ਪਰਮੇਸ਼ਰ ਦੀਆਂ ਗੂੜੀਆਂ ਗੱਲਾਂ ਨੂੰ। ਹਾਲੇਲੂਇਆ। ਪ੍ਰੇਜ਼ ਦ ਲਾਰਡ। ਔਰ ਹਰ ਉਹ ਕੰਮ ਜੋ ਪਰਮੇਸ਼ਰ ਦੇ ਆਤਮਾ ਦੇ ਦੁਆਰਾ ਹੁੰਦਾ ਆ ਉਹ ਫਲਵੰਤ ਹੁੰਦਾ ਆ। ਹਾਲੇਲੂਇਆ। ਫਲਵੰਤ ਹੁੰਦਾ, ਉਹ ਐਕਸਟਰਾਆਰਡਨਰੀ ਵੇ ਦੇ ਵਿੱਚ ਉੱਪਰ ਜਾਂਦਾ ਆ। ਹਾਲੇਲੂਇਆ। ਇਨਕਰੀਜ਼ ਹੁੰਦਾ, ਬਲੈਸ ਹੁੰਦਾ ਆ। ਪ੍ਰੇਜ਼ ਦ ਲਾਰਡ। ਦੈਨ ਆਪਾਂ ਦੇਖਦੇ ਹਾਂ ਰੋਮੀਆਂ ਦੀ ਪੁਸਤਕ ਉਹਦੀ 8 ਦੀ 9 ਐਤ ਦੇ ਵਿੱਚ लिखा, इसी रीति से आत्मा भी हमारी दुर्बलता में सहायता करता है, क्योंकि हम नहीं जानते कि प्रार्थना किस रीति से करना चाहिए, परंतु आत्मा आप ही ऐसी आहें भर कर जो बयान से बाहर है हमारे लिए विनती करता है। हालेलुया। तो सो पवित्र आत्मा सानू टीच करदा प्रार्थना किद्दां करनी, किद्दां उन्हां गूढ़े भेदां नू लैणा। हालेलुया। ਕਿਹਦੇ ਦੁਆਰਾ? ਪਵਿੱਤਰ ਆਤਮਾ ਦੇ ਦੁਆਰਾ। ਹਾਲੇਲੂਇਆ। ਲਿਖਿਆ ਸਾਡੀ ਦੁਰਬਲਤਾ ਦੇ ਵਿੱਚ ਸਾਨੂੰ ਨਹੀਂ ਪਤਾ ਪ੍ਰਾਰਥਨਾ ਕਿੱਦਾਂ ਕਰਨੀ, ਸਾਨੂੰ ਨਹੀਂ ਪਤਾ ਕਿਹੜੇ ਵਿਸ਼ਿਆਂ 'ਤੇ ਪ੍ਰਾਰਥਨਾ ਕਰਨੀ, ਉਹ ਸਾਡੀ ਦੁਰਬਲਤਾ। ਹਾਲੇਲੂਇਆ। ਮਤਲਬ ਸਾਡੀ ਵੀਕਨੈਸ ਆ। ਤਾਂ ਵੀਕਨੈਸ ਦੇ ਵਿੱਚ ਕੌਣ ਸਾਡੀ ਸਹਾਇਤਾ ਕਰਦਾ? ਬਾਈਬਲ ਕਹਿੰਦੀ
ਪਵਿੱਤਰ ਆਤਮਾ, ਹਾਲੇਲੂਇਆ, ਕਿ ਉਹ ਸਾਡੀ ਦੁਰਬਲਤਾ ਦੇ ਵਿੱਚ ਸਾਡੀ ਸਹਾਇਤਾ ਕਰਦਾ ਕਿ ਅਸੀਂ ਪਰਮੇਸ਼ਵਰ ਦੇ ਹਾਰਟ ਦੇ ਅਕੋਰਡਿੰਗ ਪ੍ਰਾਰਥਨਾ ਕਰ ਸਕੀਏ, ਆਹੇ ਭਰ ਭਰ ਕੇ। ਹਾਲੇਲੂਇਆ, ਮਤਲਬ ਕਿ ਜਿਸ ਤਰ੍ਹਾਂ ਦੀ ਪਰਮੇਸ਼ਵਰ ਨੂੰ ਪ੍ਰਾਰਥਨਾ ਪਸੰਦ ਆ, ਹਾਲੇਲੂਇਆ, ਕਿ ਅਸੀਂ ਹਾਰਟ ਤੋਂ ਪ੍ਰਾਰਥਨਾ ਕਰੀਏ। ਹਾਲੇਲੂਇਆ, ਸਿਰਫ ਉਪਰਾ ਨਾ ਉਹਨੂੰ ਪੁਕਾਰੀਏ, ਪ੍ਰਭੂ ਜੀ ਬਲੈਸ ਕਰ ਦਿਓ, ਪ੍ਰਭੂ ਜੀ ਇਹ ਦੇ ਦਿਓ, ਪ੍ਰਭੂ ਜੀ ਉਹ ਦੇ ਦਿਓ, ਨਹੀਂ, ਬਲਕਿ ਆਹੇ ਭਰ ਭਰ ਕੇ ਬਾਈਬਲ ਕਹਿੰਦੇ ਕਿ ਹੇ ਅੱਬਾ, ਹੇ ਪਿਤਾ, ਹਾਲੇਲੂਇਆ, ਇਹੋ ਜਿਹੀਆਂ ਆਹਾਂ ਭਰ ਭਰ ਕੇ ਬਾਈਬਲ ਕਹਿੰਦੇ ਕਿ ਤੁਸੀਂ ਉਹਨੂੰ ਪੁਕਾਰੋ ਤਾਂ ਉਹ ਸੁਣੇਗਾ। ਹਾਲੇਲੂਇਆ, ਪਰ ਇਹੋ ਜਿਹੀ ਪ੍ਰਾਰਥਨਾ ਕਰਨੀ ਸਾਨੂੰ ਕੇਵਲ ਪਵਿੱਤਰ ਆਤਮਾ ਹੀ ਸਿਖਾ ਸਕਦਾ ਆ। ਪ੍ਰੇਜ਼ ਦ ਲਾਰਡ। ਦੈਨ ਆਪਾਂ ਚੱਲਦੇ ਹਾਂ ਕਿ ਹੋਲੀ ਸਪਿਰਿਟ ਦੀ ਗਾਈਡੈਂਸ ਨੂੰ ਅਸੀਂ ਪਾ ਕਿੱਦਾਂ ਸਕਦੇ ਹਾਂ। ਹਾਲੇਲੂਇਆ, ਅਗਰ ਆਪਾਂ ਚੱਲੀਏ ਯਹੂਨਾ ਦੀ ਪੁਸਤਕ ਉਹਦੀ 16 ਦੀ 13 ਐਤ ਦੇ ਵਿੱਚ ਕੀ ਲਿਖਿਆ, परंतु जब वह अर्थात सत्य का आत्मा आएगा तो तुम्हें सब सत्य का मार्ग बताएगा, क्योंकि वह अपनी ओर से ना कहेगा परंतु जो कुछ सुनेगा वही कहेगा और आने वाली बातें तुम्हें बताएगा। हालेलुया, मतलब कि पवित्र आत्मा तुहानू वचन दे विचों दी सिखाएगा। हालेलुया, इट मीनस कि वचन पढ़ना ज़रूरी आ, ਐਵਰੀਡੇ ਵਚਨ ਪੜ੍ਹਨਾ ਜ਼ਰੂਰੀ ਆ। ਅਗਰ ਅਸੀਂ ਪਵਿੱਤਰ ਆਤਮਾ ਦੀ ਗਾਈਡੈਂਸ ਨੂੰ ਚਾਹੁੰਦੇ ਹਾਂ, ਆਪਣੀ ਜ਼ਿੰਦਗੀ ਨੂੰ ਸਵਾਰਨਾ ਚਾਹੁੰਦੇ ਹਾਂ, ਆਪਣੀ ਜ਼ਿੰਦਗੀ ਨੂੰ ਅਨਦਰ ਲੈਵਲ 'ਤੇ ਦੇਖਣਾ ਚਾਹੁੰਦੇ ਹਾਂ। ਹਾਲੇਲੂਇਆ, ਤਾਂ ਸੋ ਵਚਨ ਅਸੀਂ ਪੜ੍ਹਾਂਗੇ ਤਾਂ ਪਵਿੱਤਰ ਆਤਮਾ ਦੀ ਸਹਾਇਤਾ ਦੇ ਨਾਲ ਉਹਨੂੰ ਸਮਝਾਂਗੇ ਔਰ ਪਵਿੱਤਰ ਆਤਮਾ ਸਾਨੂੰ ਟੀਚ ਕਰੇਗਾ, ਸਾਡੀ ਸਹਾਇਤਾ ਕਰੇਗਾ ਉਸ ਵਚਨ ਦੇ ਮਾਰਗ ਨੂੰ ਸਮਝਣ ਦੇ ਲਈ। ਹਾਲੇਲੂਇਆ, ਔਰ ਇਸ ਰੀਤੀ ਦੇ ਨਾਲ ਸੱਤਿਆ ਦਾ ਆਤਮਾ ਸਾਨੂੰ ਸੱਤਿਆ ਦਾ ਮਾਰਗ ਸਿਖਾਏਗਾ। ਪਰਮੇਸ਼ਰ ਦਾ ਵਚਨ ਸਿਖਾਏਗਾ ਸਾਨੂੰ, ਹਾਲੇਲੂਇਆ, ਕਿ ਕਿਹੜਾ ਮਾਰਗ ਮੈਂ ਲੈਣਾ ਤਾਂ ਕਿ ਮੈਂ ਸਫਲਤਾ ਵੱਲ ਨੂੰ ਜਾਵਾਂ। ਹਾਲੇਲੂਇਆ। ਦੈਨ ਕੀ ਲਿਖਿਆ ਯੋਐਲ ਦੀ ਪੁਸਤਕ ਉਹਦੀ 2:28 और 29 ਦੇ ਵਿੱਚ ਕੀ ਲਿਖਿਆ, उन बातों के बाद मैं सब प्राणियों पर अपना आत्मा उंडेलूंगा, तुम्हारे बेटे बेटियां भविष्यवाणी करेंगी और तुम्हारे पूर्णिय सौपन देखेंगे और तुम्हारे जवान दर्शन देखेंगे। हालेलुया, मतलब कि परमेश्वर सौपना दे राही भी गाइड कर सकते हैं, दर्शनां दे राही भी गाइड कर सकते हैं, भविष्यवाणी दे राही भी गाइड कर सकते हैं। तुहानूं किसी मैन ऑफ गॉड दे वल्लों भविष्यवाणी मिल सकती है। हालेलुया, कई वेले भी हो सकता कि कोई तुहाडे जान पछाण दा तुहानूं मिल जावे, ਉਹਦੇ ਮੂੰਹ ਦੇ ਵਿੱਚੋਂ ਕੋਈ ਇਹੋ ਜਿਹੀ ਤੁਹਾਡੇ ਲਈ ਗੱਲ ਨਿਕਲ ਆਵੇ ਕਿ ਤੁਹਾਡੇ ਲਈ ਉਹ ਪੂਰੀ ਹੋ ਜਾਵੇ। ਹਾਲੇਲੂਇਆ, ਇਟ ਮੀਨਸ ਕਿ ਉਹ ਵੀ ਇੱਕ ਭਵਿੱਖਬਾਣੀ ਆ, ਪਵਿੱਤਰ ਆਤਮਾ ਦੇ ਵੱਲੋਂ ਬੋਲਿਆ ਗਿਆ ਵਚਨ। ਹਾਲੇਲੂਇਆ, ਜਦ ਤੁਸੀਂ ਐਵਰੀਡੇ ਵਚਨ ਪੜ੍ਹੋਗੇ ਤੁਹਾਡੀ ਜੀਭ ਵੀ ਇੰਨੀ ਸਾਮਰਥੀ ਹੋ ਜਾਏਗੀ, ਤੁਸੀਂ ਆਪਣੀ ਖੁਦ ਦੇ ਲਈ ਭਵਿੱਖਬਾਣੀਆਂ ਕਰ ਸਕਦੇ ਹੋ ਕਿ ਮੈਂ ਫਲਵੰਤ ਹੋਣ ਜਾ ਰਿਹਾ, ਮੇਰੇ ਲਈ ਸਭ ਕੁਝ ਉੱਤਮ ਹੋਣ ਜਾ ਰਿਹਾ, ਅੱਜ ਮੈਨੂੰ ਗੁੱਡ ਨਿਊਜ਼ ਮਿਲੇਗੀ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਤੁਸੀਂ ਰੋਜ਼ ਆਪਣੇ ਲਈ ਭਵਿੱਖਬਾਣੀਆਂ ਕਰ ਸਕਦੇ ਹਾਂ, ਪਰ ਪਵਿੱਤਰ ਆਤਮਾ ਦੇ ਦੁਆਰਾ। ਹਾਲੇਲੂਇਆ, ਅਗਰ ਅਸੀਂ ਰੋਜ਼ ਵਚਨ ਨੂੰ ਪੜ੍ਹਾਂਗੇ ਫਿਰ ਪਵਿੱਤਰ ਆਤਮਾ ਸਾਡੇ ਵਿੱਚੋਂ ਦੀ ਹੋ ਕੇ ਉਹਨਾਂ ਭਵਿੱਖਬਾਣੀਆਂ ਨੂੰ ਸਾਡੇ ਵਿਸ਼ੇ ਦੇ ਵਿੱਚ ਬੋਲੇਗਾ। ਹਾਲੇਲੂਇਆ। ਦੈਨ ਆਪਾਂ ਦੇਖਦੇ ਹਾਂ ਕਿ ਪਵਿੱਤਰ ਆਤਮਾ ਦੀ ਗਾਈਡੈਂਸ ਨੂੰ ਸਾਨੂੰ ਮੰਗਣਾ ਜ਼ਰੂਰੀ ਆ। ਹਾਲੇਲੂਇਆ, ਤਾਂ ਸੋ ਇਹਨੂੰ ਆਪਾਂ ਦੇਖਦੇ ਹਾਂ ਲੂਕਾ ਦੀ ਪੁਸਤਕ 11:13 ਦੇ ਵਿੱਚ लिखा, सो जब तुम बुरे होकर अपने लड़के बालकों को अच्छी वस्तुएं देना जानते हो तो स्वर्गीय पिता अपने मांगने वालों को पवित्र आत्मा क्यों ना देगा। हालेलुया, मतलब कि ये पिछे का जिहड़ा वचन अगर आप पढ़िए तो लिखा तुम में से ऐसा कौन पिता होगा कि जब उसका पुत्र रोटी मांगे तो उसे पत्थर दे, या मछली मांगे तो मछली के बदले उसे सांप दे, या अंडा मांगे तो उसे बिच्छू दे। हालेलुया, मतलब कि परमेश्वर कह रहे हैं कि अगर ਤੁਹਾਡੇ ਬੱਚੇ ਤੁਹਾਡੇ ਤੋਂ ਕੁਝ ਖਾਣ ਨੂੰ ਮੰਗਦੇ, ਤੁਸੀਂ ਉਹਨਾਂ ਨੂੰ ਬੁਰੀਆਂ ਔਰ ਗੰਦੀਆਂ ਵਸਤੂਆਂ ਨਹੀਂ ਦਿੰਦੇ ਤੁਸੀਂ ਉਹਨਾਂ ਨੂੰ, ਹਾਲੇਲੂਇਆ, ਤਾਂ ਕਿ ਉਹਨਾਂ ਦਾ ਨੁਕਸਾਨ ਹੋਵੇ। ਹਾਲੇਲੂਇਆ, ਤਾਂ ਪਰਮੇਸ਼ਰ ਕਹਿੰਦੇ ਕਿ ਜਦ ਮੇਰੇ ਤੋਂ ਮੰਗਣ ਵਾਲੇ, ਹਾਲੇਲੂਇਆ, ਤੁਸੀਂ ਬੁਰੇ ਹੋ ਕੇ, ਪਾਪੀ ਹੋ ਕੇ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣਾ ਜਾਣਦੇ ਆ, ਤਾਂ ਮੈਂ ਤਾਂ ਸਵਰਗੀ ਪਿਤਾ ਭਲਾ ਪਰਮੇਸ਼ਰ ਹਾਂ, ਤਾਂ ਜਦ ਲੋਕ ਮੇਰੇ ਕੋਲੋਂ ਪਵਿੱਤਰ ਆਤਮਾ ਨੂੰ ਮੰਗੂਗੇ ਤਾਂ ਮੈਂ ਕਿਉਂ ਨਾ ਦਊਂਗਾ। ਹਾਲੇਲੂਇਆ, दसो, पर बाइबल ये भी कहती है कि मांगोगे तो दिया जाएगा। हालेलुया, दसो, परमेश्वर सानू बिगड़े हुए बच्चे नहीं बनाना चाहता कि असी बिना मंगे ही बस अपना मुँह पसारीए और मुँह दे विच पै जाए। नहीं,
ਬਾਈਬਲ ਕਹਿੰਦੀ ਮੰਗੋਗੇ ਤਾਂ ਦਿਆ ਜਾਏਗਾ। ਪਰਮੇਸ਼ਰ ਸਾਨੂੰ ਡਿਸਪਲਿਨ ਦੇ ਵਿੱਚ ਵੀ ਰੱਖਣਾ ਚਾਹੁੰਦੇ ਆ ਕਿ ਇਸ ਲਈ ਕਿ ਅਸੀਂ ਮੰਗੀਏ ਐਂਡ ਦੈਨ ਪਾਈਏ। ਹਾਲੇਲੂਇਆ। ਤਾਂ ਸੋ ਅਸੀਂ ਪਵਿੱਤਰ ਆਤਮਾ ਨੂੰ ਮੰਗਣਾ ਆ ਐਂਡ ਦੈਨ ਪਵਿੱਤਰ ਆਤਮਾ ਸਾਡੇ ਉੱਤੇ ਉੰਡੇਲਿਆ ਜਾਏਗਾ। ਪ੍ਰੇਜ਼ ਦ ਲਾਰਡ। ਦੈਨ ਆਪਾਂ ਦੇਖਦੇ ਹਾਂ ਪਹਿਲਾਂ ਕੁਰਿੰਥੀਆਂ 12:11 ਦੇ ਵਿੱਚ ਲਿਖਿਆ ਕਿ ਸਾਰੇ ਦਾਨਾਂ ਵਰਦਾਨਾਂ ਦਾ ਦੇਣ ਵਾਲਾ ਪਵਿੱਤਰ ਆਤਮਾ ਆ। ਹਾਲੇਲੂਇਆ। word of wisdom, word of knowledge, faith, gifts of healings, hallelujah, working of miracles, prophecy, discernment of spirits, different kinds of tongues, ਇੰਟਰਪ੍ਰੀਟੇਸ਼ਨ ਆਫ ਟੰਗਸ, ਹਾਲੇਲੂਇਆ। ਇਹ ਸਾਰੇ ਵਰਦਾਨ ਮਤਲਬ ਕਿ ਬੁੱਧੀ ਦਾ ਗਿਆਨ, ਸਮਝ ਦਾ ਗਿਆਨ, ਵਿਸ਼ਵਾਸ, ਸਾਮਰਥ ਦੇ ਕੰਮ ਕਰਨੇ, ਹੀਲਿੰਗਸ ਕਰਨ ਦਾ ਵਰਦਾਨ, ਪ੍ਰੋਫੈਸੀ ਕਰਨ ਦਾ ਵਰਦਾਨ, ਆਤਮਾਵਾਂ ਨੂੰ ਪਰਖਣ ਦਾ ਵਰਦਾਨ, ਹਾਲੇਲੂਇਆ। ਔਰ ਅਲੱਗ-ਅਲੱਗ ਟੰਗਸ ਨੂੰ ਮਤਲਬ ਕਿ ਗੈਰ ਭਾਸ਼ਾ ਨੂੰ ਬੋਲਣ ਦਾ ਵਰਦਾਨ, ਉਹਨੂੰ ਉਹਦਾ ਅਰਥ ਦੱਸਣ ਦਾ ਵਰਦਾਨ, ਹਾਲੇਲੂਇਆ। ਇਹ ਸਾਰੇ ਵਰਦਾਨ ਕਿਹਦੇ ਦੁਆਰਾ ਆਉਂਦੇ ਆ? ਪਵਿੱਤਰ ਆਤਮਾ ਦੇ ਦੁਆਰਾ, ਹਾਲੇਲੂਇਆ। ਤਾਂ ਸੋ ਇਮੈਜਿਨ ਕਰੋ ਕਿ ਅਗਰ ਪਵਿੱਤਰ ਆਤਮਾ ਸਾਡੇ ਅੰਦਰ ਸੱਚਮੁੱਚ ਆ ਕੇ ਰਹਿਣ ਲੱਗ ਜਾਵੇ, ਹਾਲੇਲੂਇਆ, ਅਸੀਂ ਮੰਗੀਏ ਪਵਿੱਤਰ ਆਤਮਾ ਨੂੰ ਆਪਣੇ ਅੰਦਰ, ਤਾਂ ਪਵਿੱਤਰ ਆਤਮਾ ਆਪਣੇ ਦਾਨਾਂ ਵਰਦਾਨਾਂ ਤੋਂ ਬਿਨਾਂ ਨਹੀਂ ਆਉਂਦਾ, ਆਪਣੇ ਗਿਫਟਸ ਲੈ ਕੇ ਆਉਂਦਾ ਆ, ਹਾਲੇਲੂਇਆ। ਤਾਂ ਸੋ ਅਸੀਂ ਉਹਨੂੰ ਪੁਕਾਰੀਏ, ਉਹਨੂੰ ਕਹੀਏ ਕਿ ਸਾਡੇ ਅੰਦਰ ਆ ਕੇ ਪਵਿੱਤਰ ਆਤਮਾ ਰਹਿਣ, ਹਾਲੇਲੂਇਆ। ਇਸ ਨੂੰ ਆਪਾਂ ਦੇਖਦੇ ਹਾਂ ਯਹੂਨਾ 14:17 ਦੇ ਵਿੱਚ ਲਿਖਿਆ, अर्थात सत्य का आत्मा जिसे संसार ग्रहण नहीं कर सकता क्योंकि वह ना उसे देखता और ना उसे जानता है, तुम उसे जानते हो क्योंकि वह तुम्हारे साथ रहता है और वह तुम में होगा। इट मीन्स कि ऑलरेडी पवित्र आत्मा ਇੱਥੇ ਮੌਜੂਦ ਆ, ਹਾਲੇਲੂਇਆ। ਪਰ ਜਿਨ੍ਹਾਂ ਤੱਕ ਅਸੀਂ ਉਹਨੂੰ ਮੰਗਦੇ ਨੇ, ਇਨਵਾਈਟ ਨਹੀਂ ਕਰਦੇ ਕਿ ਪਵਿੱਤਰ ਆਤਮਾ ਸਾਡੀ ਜ਼ਿੰਦਗੀ ਦੇ ਵਿੱਚ ਆਓ ਔਰ ਕਾਰਜ ਕਰੋ, ਹਾਲੇਲੂਇਆ, ਮੈਨੂੰ ਗਾਈਡ ਕਰੋ, ਮੇਰੀ ਜ਼ਿੰਦਗੀ ਵਿੱਚ ਆ ਕੇ ਰਹੋ, ਹਾਲੇਲੂਇਆ, ਫੈਲੋਸ਼ਿਪ ਕਰੋ ਮੇਰੇ ਨਾਲ, ਤਾਂ ਉਹਨਾਂ ਤੱਕ ਪਵਿੱਤਰ ਆਤਮਾ ਨਹੀਂ ਆਉਂਦਾ, ਹਾਲੇਲੂਇਆ। ਇਸ ਲਈ ਲਿਖਿਆ ਕਿ ਉਹ ਤੁਹਾਡੇ ਸਾਥ ਤੋਂ ਹੈ ਪਰ ਵੇ ਤੁਮ ਮੇ ਹੋਗਾ, ਜਦ ਅਸੀਂ ਉਹਨੂੰ ਮੰਗਾਂਗੇ, ਹਾਲੇਲੂਇਆ। ਪ੍ਰੇਜ਼ ਦ ਲਾਰਡ। ਧੰਨਵਾਦ ਆ ਪਰਮੇਸ਼ਰ ਦਾ। ਮੇਰਾ ਬਿਲੀਵ ਆ ਕਿ ਇਸ ਵਚਨ ਦੇ ਦੁਆਰਾ ਤੁਸੀਂ ਜ਼ਰੂਰ ਬਰਕਤ ਪਾਓਗੇ ਔਰ ਇਸ ਵਚਨ ਨੂੰ ਮੇਰੇ ਸਾਰੇ ਭੈਣ ਭਰਾ ਜ਼ਰੂਰ ਧਿਆਨ ਦੇ ਨਾਲ ਸੁਣਨਾ ਔਰ ਸਾਰੇ ਵਚਨਾਂ ਨੂੰ ਆਪ ਵੀ ਪੜ੍ਹਨਾ, ਹਾਲੇਲੂਇਆ, ਤਾਂ ਕਿ ਤੁਸੀਂ ਖੁਦ ਵੀ ਪਰਮੇਸ਼ਰ ਨੂੰ ਡੀਪ ਵੇ ਦੇ ਵਿੱਚ ਜਾਣ ਸਕੋ, ਹਾਲੇਲੂਇਆ। ਪਰਮੇਸ਼ਰ ਤੁਹਾਨੂੰ ਬਰਕਤ ਦੇਵੇ, ਤੁਹਾਨੂੰ ਸਾਮਰਥ ਨਾਲ ਭਰੇ, ਤੁਹਾਡੇ ਪਰਿਵਾਰਾਂ ਨੂੰ ਬਚਾਏ, ਸਾਲਵੇਸ਼ਨ ਦੇ ਵਿੱਚ ਲੈ ਕੇ ਆਵੇ, ਹਾਲੇਲੂਇਆ, ਔਰ ਸੱਚਮੁੱਚ ਤੁਹਾਡਾ ਉद्धार ਹੋਵੇ, ਸੱਚਮੁੱਚ ਤੁਸੀਂ ਬਰਕਤ ਨੂੰ ਪਾਓ, ਹਾਲੇਲੂਇਆ, ਦੂਸਰਿਆਂ ਨਾਲੋਂ ਅਧਿਕ ਬਰਕਤ ਨੂੰ ਪਾਓ, ਹਾਲੇਲੂਇਆ, पवित्र आत्मा दे राही। प्रेज द लॉर्ड, हालेलुया। सारा नु प्रेज द लॉर्ड। जय मसीह। जीसस क्राइस्ट किसी का धर्म बदलने के लिए नहीं, वो जीवन बदलने के लिए आए। अगर आप अपना जीवन खुदा को देना चाहते हैं और आप चाहते हैं प्रभु आपकी लाइफ में काम करें, अपने हाथों को उठाकर मेरे साथ एक प्रार्थना करें। प्रभु यीशु मसीह, मैं पापी हूँ, मुझे माफ़ करें। मैंने सुना है आप पापियों को मारते नहीं बल्कि उनके पाप को मारते हैं। मेरे पाप को मारें, मुझे क्षमा करें। यीशु मसीह के पवित्र नाम में मुझे अपना बेटा, अपनी बेटी कबूल करें। आमीन। अपने हाथों को उठाओ। थैंक यू जीसस, हालेलुया। राइट नाउ जो लोग खुदावंद को अपना जीवन दे चुके हैं, मैं आपको इनकरेज करना चाहता हूँ, जिस तरह एक बच्चा चाहे जितनी मर्जी अच्छी फैमिली में पैदा क्यों ना हुआ हो, उसे कॉलेज जाना, स्कूल जाना ज़रूरी है। उसी तरह से आपको आत्मिक स्कूल और कॉलेज जाना ज़रूरी है। तो मैं आपका स्वागत करता हूं आत्मिक यूनिवर्सिटी में, चर्च में। अगर आप खामरा चर्च का हिस्सा बनना चाहते हैं, इसे पूरा बड़ा करके दिखा दो। ये पंजाब के एड्रेसेस हैं, सब पंजाब में जो ब्रांचेस हैं आप उनका हिस्सा बन सकते हैं। इंडिया में जो ब्रांचेस हैं आप उनका हिस्सा बन सकते हैं, जो ऑलमोस्ट एवरी स्टेट में हैं। आप इन सभी ब्रांचेस का हिस्सा बन सकते हैं। और जो फॉरेन में हैं आप वो भी कोर्सेज आप देख लो। ये फॉरेन की ब्रांचेस हैं जिन्हें आप देख रहे हैं, आई थिंक और भी होंगी। तो ये सब ब्रांचेस, बस इतना ही बहुत है। ये स्क्रीनशॉट ले लेंगे आप अगर आपको जाना है वहाँ पे। तो याद रखो, आपको ये ब्रांचेस का हिस्सा बनना है ताकि आप प्रभु के बारे में सीख सकें, आप उसके बारे में जान सकें, आप एक संगति में रह सकें। आशीष है ये आप लोगों के लिए, हालेलुया। कल पेयर माउंटेन शाम को, सुबह आप चर्च में मेरे साथ होंगे, शाम की मीटिंग में भी आप प्रेयर माउंटेन से मेरे साथ होंगे कल
आप सेम नहीं होंगे यीशु मसीह के नाम में। तो कल सुबह की मीटिंग, कल शाम की मीटिंग के लिए तैयार हो जाओ। हालेलुया। खुदावंद की सेवा करते रहना, लोगों को इनवाइट करना, लोगों को लेके आना, उनको बचाना, ये आपका काम है। आप खुदावंद का काम करेंगे, वो आपको ब्लेस्ड रखेगा। हालेलुया। आमीन। गॉड ब्लेस यू ऑल।